जी अस्सलाम वालेकुम। वालेकुम सलाम सर। की नाम है अपना? गुलाम फरीद। गुलाम फरीद साहब, मेरा नाम खान अली है जी ਤੇ ਸਹਾਰਾ ਬਨੋ ਇਹ ਚੈਨਲ ਹੈ ਸਾਡਾ जी YouTube ਦੇ ਉੱਤੇ। जी ਤੇ ਇਸ ਚੈਨਲ ਦੇ ਉੱਤੇ ਅਸੀਂ ਅਕਸਰ ਕੋਸ਼ਿਸ਼ ਕਰਨੇ ਆ ਕਿ ਜਿਹੜੇ ਲੋਕ ਜ਼ਿਆਦਾ ਮਜਬੂਰ ਨੇ ਜਾਂ ਪਰੇਸ਼ਾਨ ਨੇ ਉਹਨਾਂ ਦੀ ਮਦਦ ਵਾਸਤੇ ਅਸੀਂ ਪਹੁੰਚੀਏ, ਕਿਉਂਕਿ ਅੱਜ ਦਾ ਦੌਰ ਵਕਤ ਇੰਜ ਦਾ ਆ ਗਿਆ ਹੈ ਕਿ ਤੁਹਾਨੂੰ ਪਤਾ ਹੈ ਕਿ ਸਕਾ ਭਾਈ ਵੀ ਹੈ ਨਾ, ਉਹ ਵੀ ਨਹੀਂ ਪੁੱਛਦਾ ਕਿਉਂਕਿ ਉਹਦੀ ਆਪਣੀ ਔਲਾਦ ਹੈ, ਉਹਨੇ ਆਪਣਾ ਕਰਨਾ ਹੈ। जी ਤੇ ਜਿਵੇਂ ਤੇ ਤੁਹਾਡਾ ਮੈਨੂੰ ਪਤਾ ਲੱਗਾ ਗੁਲਾਮ ਫਰੀਦ ਸਾਹਿਬ, ਅਸੀਂ ਤੁਹਾਡੇ ਕੋਲ ਪਹੁੰਚੇ ਜਿਵੇਂ ਤੁਸੀਂ ਪਰੇਸ਼ਾਨ ਹੋ। ਦੇਖੋ ਇਹ ਸੋਸ਼ਲ ਮੀਡੀਆ ਦੀ ਵੀਡੀਓ ਵੇ, ਤੁਸੀਂ ਆਪਣੀ ਮਰਜ਼ੀ ਨਾਲ ਬਣਵਾ ਰਹੇ ਹੋ ਸਾਡੇ ਕੋਲ, जी ਜ਼ਾਹਰ ਹੈ ਪਰੇਸ਼ਾਨੀ ਦੇ ਆਲਮ ਵਿੱਚ जी ਤਦ ਬਣਵਾ ਰਹੇ ਹੋ। ਦੇਖੋ ਹੁਣ ਜਿਹੜੀ ਤੁਹਾਡੀ ਕੋਈ ਗੱਲ ਏ, ਉਹ ਤੁਸੀਂ ਆਪਣੀ ਗੱਲ ਇਹ ਸੋਸ਼ਲ ਮੀਡੀਆ ਤੇ ਮੇਰੇ ਨਾਲ ਜਿਹੜੇ ਸਾਥੀ ਨੇ, ਦੋਸਤ ਨੇ, ਵੀਰ ਨੇ, ਤੁਸੀਂ ਆਪਣੀ ਗੱਲ ਰੱਖੋ, ਇਹ ਤੁਹਾਡੀ ਗੱਲ ਸੁਣਨ ਦੇ, ਠੀਕ ਹੈ। ਤੇ ਇੱਕ ਦੇਖੋ ਅਸੀਂ ਵਸੀਲਾ ਬਣ ਕੇ ਆ ਗਏ ਹਾਂ ਤੇ ਇਨਸ਼ਾਅੱਲਾ ਅਗਲਾ ਜਿਹੜਾ ਵਸੀਲਾ ਨਾ ਇਹ ਦੋਸਤ ਬਣਨ ਦੇ। ਕੀ ਤੁਹਾਨੂੰ ਐਸੀ ਪਰੇਸ਼ਾਨੀ ਪੈ ਗਈ ਜਿਹੜੇ ਤੁਸੀਂ ਸੋਸ਼ਲ ਮੀਡੀਆ ਤੇ ਆ ਗਏ? सर जी हालात बड़े टैड ने ते मजदूरी बनदी 600-700 रुपया, तो बनदा हफ्ते का सारा 4000। 4000 च ना घ्यो आंदा ते ना आटा आंदा, ना बच्चों की फीस दी जाती है। ਬੱਚਿਆਂ ਦੀ ਫੀਸ ਵੀ ਸਕੂਲ ਦੀ ਨਹੀਂ हाँ ਦਿੱਤੀ? जी नहीं दी जाती, जिस वजह तो मैं ਇਹ बच्चे ਤੁਸੀਂ ਕਿੰਨਾ ਮਸਲ ਦਿਹਾੜੀ ਕਿੰਨੀ ਲੈਂਦੇ ਹੋ? 700 रुपया बन जाती। 700 ਰੁਪਇਆ। ਤੇ ਘਿਓ ਕਿੰਨੇ ਰੁਪਏ ਕਿਲੋ? घ्यो जी 500 ते 10 कदी 20 रुपये हो जाता। 510। ਅਗਰ ਤੁਸੀਂ ਅੱਧਾ ਕਿਲੋ ਘਿਓ ਲਵੋ ਉਹ ਕਿੰਨੇ ਦਾ ਬਣੇਗਾ? वो आएगा 200 ते 40। 240। जी ਤੇ ਆਟਾ ਕਿੰਨੇ ਰੁਪਏ ਕਿਲੋ ਹੈ? आटा जी हुण गुत्थी देंदे पे ने 1050 दे ਕਿਲੋ ਕਿੰਨੇ ਦਾ ਆ ਗਿਆ? किलो, तकरीबन 80 ਦੇ ਉੱਤੇ ਹੀ ਪੈਂਦਾ ਵੇ। 80 ਰੁਪਏ ਦੇ। ਹੁਣ ਮੈਂ ਇਹੀ ਚੀਜ਼ ਇੱਕ ਤੁਹਾਡੇ ਨਾਲ ਗੱਲ ਕਰਨਾ ਚਾਹ ਰਿਹਾ ਗੁਲਾਮ ਫਰੀਦ ਸਾਹਿਬ। ਦੇਖੋ ਅਗਰ 500-600 ਰੁਪਏ ਦਿਹਾੜੀ ਹੈ, ਅੱਧਾ ਕਿਲੋ ਵੀ ਘਿਓ ਲਵੋ, ਕਿਲੋ ਆਟਾ ਲਵੋ, ਹੁਣ ਤੁਸੀਂ ਕਿੱਧਰ ਕਿੱਧਰ ਜਾਓਗੇ? ਜ਼ਾਹਰ ਹੈ ਬੱਚਿਆਂ ਨੂੰ ਖਵਾਓਗੇ ਜਾਂ ਇਹ ਕਿਰਾਏ ਤੇ ਜੇ ਨਾ, ਜੀ ਕਿਰਾਇਆ ਦਵੋਗੇ, ਬਿੱਲ ਦਵੋਗੇ, ਕੀ ਦਵੋਗੇ? ਸਾਜੀ ਮਜ਼ਦੂਰੀ ਜਿਹੜੀ 600-700 ਰੁਪਇਆ ਬਣਦੀ ਤੇ ਬਿੱਲ ਹੁੰਦਾ 4000-5000 ਰੁਪਇਆ। ਉਹ ਜੇ ਪਿਛਲੇ ਮਹੀਨੇ ਦਾ ਮੈਂ ਬਿੱਲ ਨਹੀਂ ਤਾਰਿਆ, ਸਿਰਫ ਆਟੇ ਦੀ ਵਜ੍ਹਾ ਤੋਂ। ਘਰ ਆਟਾ ਕੋ ਨਹੀਂ। ਬੜੀ ਪਰੇਸ਼ਾਨੀ। ਹਾਂਜੀ ਬੜੀ ਪਰੇਸ਼ਾਨੀ ਹੈ। ਉਸ ਤੋਂ ਇਲਾਵਾ ਮੈਂ ਬੱਚਿਆਂ ਦੀ ਆਦਤ ਪੂਰੀ ਨਹੀਂ ਕਰ ਸਕਦੇ ਸੀ। ਅਸੀਂ ਬੜੇ ਪਰੇਸ਼ਾਨ ਆ ਸੀ। ਘਰ ਦੀ ਰੋਟੀ ਨਹੀਂ ਪੂਰੀ ਹੋ ਰਹੀ ਮੇਰੀ ਭੈਣ। ਬੱਚੇ ਪਿੱਛੇ ਪਿੱਛੇ ਲੱਗੇ ਫਿਰਦੇ। ਮੈਂ ਕਿਸੇ ਦੇ ਘਰ ਮਿਹਨਤ ਕਰਨੀ ਜਾਣੀ ਹੈ, ਕਿਸੇ ਦੇ ਘਰ ਮਿਹਨਤ ਕਰਕੇ ਆਣੀ ਹੈ। ਬੱਚੇ ਮੇਰੇ ਪਿੱਛੇ ਰਹਿੰਦੇ ਨੇ, ਖਾਣਾ ਖਾਣ ਨੂੰ ਮੰਗਦੇ ਨੇ। ਕਿਸੇ ਦੇ ਘਰੋਂ ਰੋਟੀ ਮੰਗ ਕੇ ਲਿਆਉਂਦੇ। ਹਾਂਜੀ ਹਾਲਾਤ ਬੜੇ ਟੈਂਡ ਆ ਗਏ। ਕੋਈ ਸਮਝ ਨਹੀਂ ਲੱਗਦੀ ਹੈ ਕਿ ਇਸ ਤਰ੍ਹਾਂ ਬੱਚਿਆਂ ਨੂੰ ਪਾਲੀਏ, ਕਿਸ ਤਰ੍ਹਾਂ ਪੜ੍ਹਾਈਏ, ਕਿਸ ਤਰ੍ਹਾਂ ਬੱਚਿਆਂ ਨੂੰ ਖਵਾਈਏ। ਭਾਈ ਗੁਲਾਮ ਫਰੀਦ, ਮੈਂ ਨਾ ਅਕਸਰ ਸੋਸ਼ਲ ਮੀਡੀਆ ਤੇ ਦੇਖਣਾ ਕਿ ਲੋਕਾਂ ਨੇ ਸ਼ੇਰ ਰੱਖੇ ਨੇ ਤੇ ਉਹਨਾਂ ਸ਼ੇਰਾਂ ਆਸੇ ਲੋਕਾਂ ਕੁੱਤੇ ਰੱਖੇ ਨੇ। ਉਹਨਾਂ ਕੁੱਤਿਆਂ ਆਸੇ ਉਹਨਾਂ ਨੇ ਦਿਹਾੜੀ ਦਾ ਵਿੱਚ ਨਾ ਮਨ ਗੋਸ਼ਤ ਲੈ ਕੇ ਆਉਂਦੇ ਨੇ, ਉਹਨਾਂ ਕੁੱਤਿਆਂ ਨੂੰ ਪਾਉਂਦੇ ਨੇ, ਟਿਕਟੋਕ ਦੇ ਉੱਤੇ ਵਹਾਉਂਦੇ ਨੇ। ਉਸ ਤੋਂ ਬਾਅਦ YouTube ਤੇ ਅਕਸਰ ਮੈਂ ਵੇਖਣਾ ਵੀਡੀਓ ਕਿ ਆਪਣੇ ਕੁੱਤਿਆਂ ਨੂੰ ਛੋਟਾ ਗੋਸ਼ਤ ਖਵਾ ਰਹੇ ਹੁੰਦੇ। ਇੱਥੇ ਇਨਸਾਨ ਇੱਥੇ ਆਟੇ ਆਸੇ ਬੈਠਾ ਹੈ, ਰੋਟੀ ਆਸੇ। ਮੈਂ ਕਿਹੜੀ ਗੱਲ ਕਰਾਂ ਤੁਹਾਡੇ ਨਾਲ? ਦੇਖ ਲਓ ਕਿੱਡੀ ਪਰੇਸ਼ਾਨ ਫੈਮਿਲੀ, ਰੋਜ਼ਗਾਰ ਹੀ ਨਹੀਂ, ਲੋਕ ਮਜਬੂਰ ਹੋਏ ਨੇ, ਪਰੇਸ਼ਾਨ ਹੋਏ ਨੇ। ਸੋਸ਼ਲ ਮੀਡੀਆ ਦੀ ਵੀਡੀਓ ਵੇਖੋ, ਬਣਾ ਰਿਹਾ, ਇਹ ਬੱਚੇ ਨੇ ਛੋਟੇ ਛੋਟੇ, ਉਹਨਾਂ ਦੇ ਦੇਖੋ ਖਾਣ ਵਾਲੇ। ਭਾਈ ਗੁਲਾਮ ਫਰੀਦ ਦੇਖੋ, ਇੱਕ ਨੌਜਵਾਨ ਆਪਣੇ ਬੱਚਿਆਂ ਦੇ ਸਾਹਮਣੇ ਜਾਂ ਬੀਵੀ ਬੱਚਿਆਂ ਦੇ ਸਾਹਮਣੇ, ਮੀਆਂ ਬੀਵੀ ਅਗਰ ਰੋਣ, ਤੁਸੀਂ ਬੱਚਿਆਂ ਲਿਓ ਤੇ ਉਹ ਵੀ ਸ਼ਾਇਦ ਦੇਖ ਰਹੇ ਹੋਣ ਜਿਨ੍ਹਾਂ ਦੇ ਕੁੱਤੇ ਮਨ ਗੋਸ਼ਤ ਖਾਂਦੇ ਨੇ, ਸ਼ੇਰ ਉਹਨਾਂ ਦੇ ਖਾਂਦੇ ਨੇ। ਯਾਰ ਉਹਨਾਂ ਨੂੰ ਪਰਾਂ ਦਫਾ ਕਰੋ। ਇੰਜ ਦੇ ਲੋਕ ਵੇਖੋ
ਬਸ ਤੁਸੀਂ ਇੱਕ ਦਿਖਾਵਾ ਇੱਕ ਕਰ ਰਹੇ ਹੋ, ਵਹਾ ਰਹੇ ਹੋ ਕਿ ਸਾਡੇ ਕੋਲ ਬੜਾ ਪੈਸਾ ਹੈ। ਇਨਸਾਨ ਭੁੱਖੇ ਪੇ ਮਰਦੇ ਨੇ। ਜੀ ਮੇਰੀ ਭੈਣ, ਮਾੜਿਆਂ ਦੀ ਮਦਦ ਨਹੀਂ ਕਰਨੀ ਹੈ। ਮਾੜਿਆਂ ਦੀ ਮਦਦ ਕਰਨ ਦੀ ਅੱਲਾ ਇਹਨਾਂ ਨੂੰ ਅਜਰ ਹੋਰ ਕਿੰਨਾ ਕੁ ਦੇਦਾ। ਇਸ ਤਰ੍ਹਾਂ ਇਹਨਾਂ ਨੂੰ ਮਾੜਿਆਂ ਦੀ ਮਦਦ ਕਰਨੀ ਚਾਹੀਦੀ। ਮਾੜਿਆਂ ਦਾ ਵੇਖਣਾ ਚਾਹੀਦਾ ਹਾਲਾਤ ਕਿਸ ਤਰ੍ਹਾਂ ਚੱਲਦੇ ਨੇ, ਮਾੜੇ ਕਿਸ ਤਰ੍ਹਾਂ ਖਾਂਦੇ ਨੇ, ਕਿਸ ਤਰ੍ਹਾਂ ਪਾਉਂਦੇ ਨੇ। ਅਸੀਂ ਕਿਧਰੇ ਜਾ ਨਹੀਂ ਸਕਦੇ, ਅਸੀਂ ਬੱਚਿਆਂ ਨੂੰ ਲੈ ਕੇ। ਅਸੀਂ ਆਪਣੇ ਘਰ ਔਖੇ ਹੋਈ ਪਰੇਸ਼ਾਨ ਹੋਈ, ਅਸੀਂ ਕਿਸੇ ਨੇ ਨਹੀਂ ਜਾ ਸਕਦੇ। ਅਸੀਂ ਬੜੇ ਪਰੇਸ਼ਾਨ ਹਾਂ। ਮੇਰੇ ਬੱਚੇ ਉਸ ਬਾਅਦ 10 ਰੁਪਏ ਤੋਂ ਤਰਸਣ ਨੇ। ਇਹ ਦੇਖੋ ਛੋਟੀ ਜੀ ਬੱਚੀ, ਇਧਰ ਆਓ ਬੇਟਾ। ਕਿਹੜੀ ਗੱਲ ਐਸੀ ਕਰਾਂ ਮੈਂ ਆਪਣੇ ਦੋਸਤਾਂ ਨੂੰ ਕਿ ਇੱਕ ਛੋਟੀ ਜੀ ਬੱਚੀ, ਤੇ ਉਸ ਮੇਰੀ ਭੈਣ ਨੇ ਕਿਹਾ ਕਿ 10 ਰੁਪਏ ਅਕਸਰ ਬੱਚੇ ਜਿਵੇਂ ਖਰਚਾ ਮਾਂ-ਬਾਪ ਕੋ ਮੰਗਦੇ ਨੇ, ਉਹ ਨਹੀਂ ਹੋ ਇਹਨਾਂ ਕੋਲ ਹੈ। ਉਹਨਾਂ ਨੇ ਆਟੇ ਦਾ ਰੇਟ ਦੱਸਿਆ, ਘਿਓ ਦਾ ਰੇਟ ਦੱਸਿਆ, ਤੇ ਜਿਹੜੇ ਕੁੱਤਿਆਂ ਨੂੰ ਜਾਂ ਸ਼ੇਰਾਂ ਨੂੰ ਆਪਣਿਆਂ ਨੂੰ ਪਾਉਂਦੇ ਨੇ, ਗੋਸ਼ਤ ਪਾਉਂਦੇ ਨੇ, ਤੇ ਇਹਨਾਂ ਨੂੰ ਪੁੱਛੋ ਹਾਂ ਕੀ ਰੇਟ ਹੈ, ਇਹਨਾਂ ਨੂੰ ਕੀ ਪਤਾ। ਮੇਰੀ ਗੁਜ਼ਾਰਿਸ਼ ਹੈ ਜਿੰਨੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ, ਠੀਕ ਹੈ, ਜਿੰਨੇ ਵੀ ਦੋਸਤ ਨੇ ਯਾਰ ਵੀਡੀਓ ਨੂੰ ਸ਼ੇਅਰ ਕਰਿਆ ਜੇ, ਲਾਜ਼ਮਨ ਸਦਕਾ ਜਾਰੀਆ ਸਮਝ ਕੇ। ਇਹਨਾਂ ਜਿਹੜੇ ਕੁੱਤਿਆਂ ਨੂੰ ਗੋਸ਼ਤ ਪਾਉਣ ਵਾਲੇ ਨੇ, ਛੋਟਾ ਗੋਸ਼ਤ ਖਵਾਉਣ ਵਾਲੇ, ਉਹਨਾਂ ਤੱਕ ਇਹ ਪਹੁੰਚੇ ਕਿ ਇਨਸਾਨਾਂ ਨੂੰ ਸਮਝੋ ਇਹ ਕਿਉਂ ਜ਼ਵਾਲ ਤੇ ਇੰਨੀਆਂ ਪਰੇਸ਼ਾਨੀਆਂ। ਆਟੇ ਆਸੇ ਇਸ ਬੰਦੇ ਨੇ ਪਿਛਲੇ ਮਹੀਨੇ ਦਾ ਕਿੰਨਾ ਬਿੱਲ ਸੀ ਗੁਲਾਮ ਫਰੀਦ ਸਾਹਿਬ? 2500 ਰੁਪਇਆ। 2500 ਰੁਪਇਆ ਬਿੱਲ, ਉਹ ਅਦਾ ਨਹੀਂ ਹੋ ਸਕਦਾ। ਹਾਂਜੀ ਜੀ, ਆਟਾ ਕੋ ਨਹੀਂ ਘਰ, ਜੇ ਬਿੱਲ ਤਾਰਿਆ ਤੇ ਫਿਰ ਆਟਾ ਘਰ ਨਹੀਂ ਸੀ ਹੋਣਾ, ਤਾਂ ਕਿਉਂ ਨਹੀਂ ਸੀ ਹੋਣਾ। ਭਾਈ ਗੁਲਾਮ ਫਰੀਦ ਸਾਹਿਬ, ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਮੈਂ ਤੁਹਾਨੂੰ ਅਗਰ ਕੋਈ ਕਾਰੋਬਾਰ, ਅਗਰ ਫਰੂਟ ਦੀ ਰੇਹੜੀ ਲਗਵਾ ਕੇ ਦਾਂ ਜੀ, ਤੇ ਅਸੀਂ ਮਜ਼ਦੂਰੀ ਕਰ ਲਾਂਗੇ ਤਾਂ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਾਂਗੇ, ਬੱਚੇ ਜਿਹੜੇ ਨੇ ਆਪਣੇ ਖਾਣ ਪੀਣ ਵੀ ਤੇ ਅੱਛਾ ਖਾਣ ਤੇ ਜਾਂ ਪਾਣ। ਅਸੀਂ ਇਹ ਤੁਹਾਡੀ ਮਿਹਰਬਾਨੀ ਹੋਵੇ, ਸਾਡਾ ਕੋਈ ਸਿਲਸਿਲਾ ਥੋੜਾ ਨਾ ਆ ਕੇ ਟੋਰ ਦਿਓ। ਸਾਡੀ ਮਦਦ ਕਰ ਸਕਦੇ, ਸਾਡੀ ਹੈਲਪ ਕਰ ਸਕਦੇ, ਸਾਡੀ ਅੱਲਾ ਤੁਹਾਨੂੰ ਅਜਰ ਦੇਣਾ ਇਹਦਾ। ਸਾਡੀ ਮਦਦ ਕਰੋ, ਸਾਡੀ ਰਹਿਮਤ ਕਰੋ ਆਪਣੇ ਤੇ। ਕਰਮ ਕਰਨਾ ਤਾਂ ਅੱਲਾ ਸੋਹਣਾ ਵੇਖਣ ਨਾਲ ਉੱਤੇ ਬੈਠਾ ਹੋਵੇ, ਅੱਲਾ ਸੋਹਣਾ ਕਰਮ ਕਰਦਾ। ਜਿਹੜਾ ਬੰਦਾ ਮਾੜੇ ਇਨਸ਼ਾਅੱਲਾ ਅੱਲਾ ਨੂੰ ਬੰਦੇ ਨੂੰ ਦਿੰਦਾ ਨਾ, ਉਹਦਾ ਤਾਂ ਅੱਲਾ ਬੜਾ ਰਾਜ਼ੀ ਹੁੰਦਾ। ਜਿਹਦੇ ਗਰੀਬ ਦੇ ਸਿਰ ਤੇ ਹੱਥ ਰੱਖਦੇ ਨਾ। ਹਾਂਜੀ, ਤੇ ਇਹ ਫੈਮਿਲੀ ਹੈ, ਫਰੂਟ ਦਾ ਕਾਰੋਬਾਰ। ਜਿੰਨੇ ਵੀ ਮੇਰੇ ਵੀਰ ਮੈਨੂੰ ਬਾਹਰ ਵੇਖਦੇ ਨੇ, ਜਿੱਥੇ ਤੱਕ ਵੇਖਦੇ ਨੇ, ਤੇ ਉਹਨਾਂ ਦੀ ਗੁਜ਼ਾਰਿਸ਼ ਹੈ, ਮੈਂ ਗੁਜ਼ਾਰਿਸ਼ ਕਰ ਸਕਣਾ, ਦੇਖੋ ਮੇਰੇ ਪ੍ਰੈਂਕ ਵੱਲ ਨਾ ਦੇਖਿਆ ਕਰੋ ਕਿ ਯਾਰ ਮੈਂ ਪ੍ਰੈਂਕ ਕਿਹੋ ਜਿਹਾ ਕਰ ਰਿਹਾ। ਇੱਧਰ ਵੀ ਕਦੀ ਨਜ਼ਰ ਮਾਰ ਕੇ ਵੇਖ ਲਿਆ ਕਰੋ ਕਿ ਕਰ ਕੀ ਰਿਹਾ ਹੈ। ਗਰੀਬ ਇਨਸਾਨ ਹੈ, ਗਰੀਬ ਹੈ, ਤੇ ਗੁਜ਼ਾਰਿਸ਼ ਕਰ ਰਹੇ ਨੇ ਤੁਹਾਡੇ ਅੱਗੇ ਫੈਮਿਲੀ, ਬੱਚਿਆਂ ਨੂੰ ਛੋਟੇ ਛੋਟੇ ਵੇਖ ਕੇ ਫਰੂਟ ਦਾ ਕਾਰੋਬਾਰ। ਕੋਈ ਵੀ ਇੱਕ ਸ਼ਖਸ ਆ ਕੇ ਖੜਾ ਹੋ ਜੇ, ਮੇਰੀ ਕੋਈ ਭੈਣ ਹੈ ਜਾਂ ਵੀਰ ਹੈ ਜਾਂ ਭਾਈ ਹੈ, ਤੇ ਇਹਨਾਂ ਨੂੰ ਖੁਸ਼ਹਾਲ ਤੁਸੀਂ ਕਰ ਸਕਦੇ ਹੋ। ਅੱਲਾ ਨੇ ਵਸੀਲਾ ਤੁਹਾਨੂੰ ਬਣਾਇਆ, ਵੀਡੀਓ ਤੁਹਾਡੇ ਤੱਕ ਆਈ ਹੈ, ਤੁਹਾਡੇ ਤੱਕ ਵੀਡੀਓ ਆਈ ਹੈ, ਤੇ ਉਹਨਾਂ ਨੇ, ਮੈਂ ਨਾ ਇਹਨਾਂ ਦੇ ਢਿੱਡਾਂ ਚੁੱਕੀ, ਝੋਲੀਆਂ ਚੁੱਕ ਚੁੱਕ ਕੇ ਵੀ ਦੁਆਵਾਂ ਮਿਲਣਦੀਆਂ। ਤੇ ਗੁਲਾਮ ਫਰੀਦ ਸਾਹਿਬ ਨੇ, ਇਹਨਾਂ ਨੂੰ ਫਰੂਟ ਦੇ ਕਾਰੋਬਾਰ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਵਾਸਤੇ, ਇੱਕ ਜ਼ਿੰਦਗੀ ਨੂੰ ਬਸਰ ਕਰਨਾ ਸੀ। ਤੇ ਤੁਹਾਡੇ ਅੱਗੇ ਗੁਜ਼ਾਰਿਸ਼ ਕਰ ਰਿਹਾ ਤੇ ਜ਼ਰੂਰ ਮਦਦ ਕਰਿਆ ਜੇ। ਗੁਲਾਮ ਫਰੀਦ ਸਾਹਿਬ, ਜਿਹੜੇ ਸ਼ਖਸ ਦਾ ਰੋਜ਼ਗਾਰ ਹੋਏਗਾ ਨਾ, ਜਿਹੜਾ ਭੇਜੇਗਾ, ਉਹਨਾਂ ਦੀ ਆਉਣ ਵਾਲੀ ਨਸਲ ਨੂੰ ਵੀ ਤੁਸੀਂ ਦੁਆ ਦੇਣੀ ਹੈ। ਉਹ ਇਸ ਵਜ੍ਹਾ ਤੋਂ ਕਿ ਤੁਹਾਡੇ ਫੁੱਫੀ ਦੇ ਨਹੀਂ, ਨਾ ਤੁਹਾਡੇ ਚਾਚੇ ਦੇ ਨੇ, ਨਾ ਉਹ ਤੁਹਾਡੇ ਮਾਮੇ ਦੇ ਨੇ, ਪਰ ਉਹਨਾਂ ਨੇ ਤੁਹਾਡੇ ਬੱਚਿਆਂ ਨੂੰ ਦੇਖ ਕੇ, ਤੁਹਾਨੂੰ ਦੇਖ ਕੇ ਰੋਜ਼ਗਾਰ ਦੇਣਾ ਹੈ। ਤੇ ਰੋਜ਼ਗਾਰ ਨੂੰ ਕਦੀ ਜ਼ਾਇਆ ਨਾ ਕਰਿਆ ਜੀ। ਬੜੀ ਮਿਹਨਤ ਦਾ ਪੈਸਾ ਹੋਏਗਾ ਉਸ ਸ਼ਖਸ ਦਾ। ਇਹਨੂੰ ਉਸ ਜਿਹੜਾ ਸ਼ਖਸ ਮਿਹਨਤ ਦਾ ਪੈਸਾ ਆਪਣਾ ਕਿਸੇ ਦੇ ਖਰਚ ਕਰ ਦੇਵੇ, ਰਿਸ਼ਤੇਦਾਰ ਵੀ ਨਾ ਹੋਵੇ, ਤੇ ਕਿੰਨਾ ਕੁ ਦੇਖੋ ਸਵਾਬ ਦਾ ਇੱਕ ਕੰਮ ਹੈ, ਇੱਕ ਨੇਕੀ ਦਾ ਕੰਮ, ਉਹ ਅਜਰ ਹੈ, ਕਿੱਡਾ ਕਮਾ ਰਿਹਾ। ਉਹਦਾ ਮਿਹਨਤ ਦਾ ਪੈਸਾ ਜ਼ਾਇਆ ਨਾ ਹੋਵੇ। ਤੇ ਇਹ ਮੇਰਾ ਵਾਅਦਾ ਮੇਰੀ ਭੈਣ ਤੁਸੀਂ ਕਰਦੇ ਹੋ ਕਿ ਜ਼ਾਇਆ ਨਾ ਹੋਵੇ। ਨਹੀਂ ਜ਼ਾਇਆ ਨਹੀਂ ਹੋਣ ਲੱਗਾ। ਤੁਸੀਂ ਸਾਡੇ ਕੋਲ ਕਦੀ ਕੋਈ ਲਾਮਾ ਵੀ ਨਹੀਂ ਸੁਣਾਉਂਦੇ ਅਸਾਂ ਜ਼ਾਇਆ ਕੀਤਾ ਜਾਂ ਕਿਸੇ ਨੇ ਜਿੱਤਾ ਜਾਂ ਨਹੀਂ। ਅਸੀਂ ਆਪਣੇ ਘਰ ਪਤਾ ਨਹੀਂ ਕਿਸ ਤਰ੍ਹਾਂ ਰਹਿੰਦੇ, ਅਸੀਂ ਆਪਣੇ ਬੱਚਿਆਂ ਨੂੰ
ਥੋੜਾ ਖਵਾ ਲਾਂਗੇ ਤੇ ਪਾਲ ਲਾਂਗੇ, ਅਸੀਂ ਜ਼ਾਇਆ ਨਹੀਂ ਕਰਨ ਲੱਗੇ ਹੈ ਜੀ। ਬਹੁਤ ਮਿਹਰਬਾਨੀ। ਤੇ ਜ਼ਾਇਆ ਨਹੀਂ ਹੋਏਗਾ ਰਿਜ਼ਕ, ਜਿਹੜਾ ਕੋਈ ਵੀ ਰੋਜ਼ਗਾਰ ਲਗਾ ਕੇ ਦੇਗਾ। ਦੁਆ ਕਰਾਂਗੇ ਅੱਲਾ ਉਹਨਾਂ ਨੂੰ ਤੰਦਰੁਸਤੀ ਜ਼ਿੰਦਗੀ ਦੇ, ਅੱਲਾ ਬਾਤਾ ਦੇਗਾ ਉਹਨਾਂ ਨੂੰ। ਜੀ ਆਮੀਨ ਸੁਮਾ ਆਮੀਨ। ਤੇ ਇਸ ਫੈਮਿਲੀ ਦੀ ਮਦਦ ਜ਼ਰੂਰ ਕੀਤੀ ਜਾਏ ਅੱਲਾ ਸੋਨੀ ਦੀ ਰਜ਼ਾ ਵਾਸਤੇ। ਜੀ ਜੀ ਮਿਹਰਬਾਨੀ ਕਰਨੀ। ਦੱਸੋ ਗੁਲਾਮ ਫਰੀ ਸਾਹਿਬ, ਦੱਸੋ। ਇਹਨਾਂ ਨੇ ਕੋ ਹੁੰਦੀ ਕੀ ਕਰਦੀ ਖੂਨ ਦੀ ਬੋਤਲ ਕਿੰਨਾ ਨਹੀਂ ਮੈਨੂੰ ਸਮਝ ਨਹੀਂ। ਖੂਨ ਦੀ ਬੋਤਲ ਕਿਹੜੀ ਬੋਤਲ? ਇਹ ਪਾਸਟ ਇਹ ਪੋਜ਼ਿਟਿਵ ਹੈ। ਜੀ ਖੂਨ ਦੀ ਬੋਤਲ ਕਾਹਦੇ ਵਾਸਤੇ? ਹਾਂਜੀ। ਖੂਨ ਦੀ ਕਮੀ ਹੈ, 0/0 ਹੈ। ਭੁੱਖਾਂ ਕੱਢ ਕੱਢ ਕੇ ਖੂਨ ਦੀ ਕਮੀ ਨੂੰ ਦੋ। ਭੁੱਖਾਂ ਕੱਟ ਕੇ ਹਾਂਜੀ ਸਿਰਫ ਇਹ ਗੀਤ ਖਰਾਬ ਕਰ ਕਿਹੜਾ ਗਿਲਡ ਖਰਾਬ ਕਰ ਰਹੇ? ਖੂਨ ਚੂਸ ਰਿਹਾ ਮੇਰਾ, ਮੇਰੇ ਅੰਦਰ ਖੂਨ ਨਹੀਂ ਬਣਦਾ ਮੇਰੇ ਅੰਦਰ। ਮੈਂ ਦਵਾਈ ਨਹੀਂ ਲਿਆ ਸਕਦੀ, ਮੈਂ ਤਾਂ ਇਲਾਜ ਨਹੀਂ ਕਰਾ ਸਕਦੀ ਹੈ। ਨੰਦੀਪੁਰ ਗਿਆ ਕੈਂਸਰ ਹਸਪਤਾਲ ਤੇ ਉੱਥੋਂ ਦੀ ਦਵਾਈ ਨਹੀਂ ਲਿਆ ਸਕੇ। ਸਾਡੇ 1.5 ਸਾਲ ਹੋ ਗਏ ਦਵਾਈ ਨਹੀਂ ਖਾਂਦੀ, ਸਿਰਫ ਪੈਸੇ ਹੱਥੋਂ। ਉਹਨਾਂ ਕਿਹਾ ਖੂਨ ਦੀ ਬੋਤਲ ਲਗਾਈ ਜਾ ਤੇ ਮਸਲਾ ਤੁਹਾਡਾ ਸਹੀ ਰਹੇਗਾ। ਮੇਰੇ ਕੋਲ ਕੋਈ ਐਸੇ ਅਲਫਾਜ਼ ਨਹੀਂ। ਭੁੱਖਾਂ ਕੱਟ ਕੇ ਇੱਕ ਇਹ ਗਲੇ ਨੂੰ ਬਨ ਗਿਆ, ਖੂਨ ਦੀ ਬੋਤਲ ਨਹੀਂ ਲਗਵਾ ਸਕਦੇ। ਇਨਸ਼ਾਅੱਲਾ ਇਹ ਗੁਲਾਮ ਫਰੀਦ ਸਾਹਿਬ ਇੱਕ ਬੋਤਲ ਨਹੀਂ 10 ਬੋਤਲਾਂ ਵੀ ਲਵਾ ਦਿਆਂਗਾ, ਤੁਸੀਂ ਬੋਤਲਾਂ ਨੂੰ ਟੈਨਸ਼ਨ ਨਹੀਂ ਲੈਣੀ, ਠੀਕ ਹੈ। ਇਨਸ਼ਾਅੱਲਾ ਬੋਤਲ ਜ਼ਰੂਰ ਲੱਗੇਗੀ ਇਹਨਾਂ ਨੂੰ, ਔਰ ਤੁਹਾਡੇ ਰੋਜ਼ਗਾਰ ਦਾ ਵੀ ਬੰਦੋਬਸਤ ਹੋਏਗਾ। ਤੇ ਗੁਲਾਮ ਫਰੀਦ ਸਾਹਿਬ ਦੀ ਗੱਲਾਂ ਤੁਸੀਂ ਸੁਣ ਲਈਆਂ ਤੇ ਵੀਡੀਓ ਨੂੰ ਲਾਜ਼ਮਨ ਸ਼ੇਅਰ ਕਰਿਆ ਜੀ, ਸਦਕਾ ਜਾਰੀ ਸਮਝ ਕੇ ਇਹਨਾਂ ਦੇ ਹਾਲਾਤ ਬਿਹਤਰ ਹੋ ਜਾਣ। ਪਾਕਿਸਤਾਨ ਜ਼ਿੰਦਾਬਾਦ।